ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ। ਹੁਣ ਭਾਰਤ 'ਚ ਬਣੇਗੀ ਰੂਸੀ ਵੈਕਸੀਨ ਸਪੁਤਨਿਕ V। DCGI ਨੇ ਸੀਰਮ ਇੰਸਟੀਚਿਊਟ ਨੂੰ ਦਿੱਤੀ ਮਨਜ਼ੂਰੀ। पंजाब 'ਚ पिछले 24 घंटिਆਂ दौरान कोरोना ਕਾਰਨ 71 मौतां ਹੋਈਆਂ। 2009 नवे केस आए सामने। मुख्यमंत्री कैप्टन अमरिंदर सिंह ਦੇ ਆਦੇਸ਼ਾਂ ਤੇ ਸਿਹਤ ਮੰਤਰੀ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਤੁਰੰਤ ਪ੍ਰਭਾਵ ਨਾਲ ਕੋਵਿਡ ਵੈਕਸੀਨ ਵਾਪਸ ਲੈਣ ਦੇ ਹੁਕਮ ਕੀਤੇ ਜਾਰੀ। ਭਾਰਤ ਵਿੱਚ ਵਧ ਰਹੀ ਕੋਰੋਨਾ ਦੀ ਲਾਗ ਤੇ ਕਾਬੂ ਪਾਉਣ ਲਈ ਦੇਸ਼ 'ਚ ਵੈਕਸੀਨਸ ਪੂਰੇ ਜੋਰਾਂ ਸ਼ੋਰਾਂ ਨਾਲ ਬਣਾਈਆਂ ਜਾ ਰਹੀਆਂ ਨੇ। ਇਸੇ ਦਰਮਿਆਨ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ ਭਾਰਤ 'ਚ ਰੂਸੀ ਵੈਕਸੀਨ ਸਪੁਤਨਿਕ V ਬਣਾਉਣ ਲਈ ਟ੍ਰਾਇਲ ਲਾਇਸੈਂਸ ਦੀ ਇਜਾਜ਼ਤ ਮੰਗੀ ਸੀ, ਜਿਸ ਤੇ DCGI ਨੇ ਸ਼ੁੱਕਰਵਾਰ ਨੂੰ ਸਪੁਤਨਿਕ V ਬਣਾਉਣ ਲਈ ਸੀਰਮ ਇੰਸਟੀਚਿਊਟ ਨੂੰ ਮਨਜ਼ੂਰੀ ਦੇ ਦਿੱਤੀ ਹੈ। DCGI ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸੀਰਮ ਇੰਸਟੀਚਿਊਟ ਭਾਰਤ 'ਚ ਸਪੁਤਨਿਕ V ਵੈਕਸੀਨ ਤਿਆਰ ਕਰੇਗਾ। इस दौरान ਪ੍ਰੀਖਿਆ ਟੈਸਟ ਅਤੇ ਵਿਸ਼ਲੇਸ਼ਣ ਨਾਲ ਸਪੁਤਨਿਕ V ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੀਰਮ ਪਹਿਲਾਂ ਤੋਂ ਹੀ ਕੋਵਿਡ ਟੀਕਾ ਕੋਵਿਸ਼ੀਲਡ ਤਿਆਰ ਕਰ ਰਿਹਾ, ਪਰ ਹੁਣ ਇਹ ਕੰਪਨੀ ਰੂਸੀ ਵੈਕਸੀਨ ਸਪੁਤਨਿਕ V ਵੀ ਤਿਆਰ ਕਰੇਗੀ। ऑल इंडिया इंस्टीट्यूट ऑफ मैडिकल साइंसिज ने अपने एक अध्ययन दौरान पाया कि अप्रैल-मई 2021 ਦੇ ਮਹੀਨਿਆਂ ਵਿੱਚ ਵੈਕਸੀਨ ਦੇ ਲੱਗਣ ਤੋਂ ਬਾਅਦ ਦੁਬਾਰਾ ਕੋਰੋਨਾ ਦੀ ਲਪੇਟ 'ਚ ਆਏ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਇਸ ਅਧਿਐਨ ਦੇ ਆਧਾਰ ਤੇ ਆਖਿਆ ਗਿਆ ਕਿ ਬਹੁਤ ਜ਼ਿਆਦਾ ਲਾਗ ਫੈਲਣ ਦੇ ਬਾਵਜੂਦ ਟੀਕੇ ਲੱਗੇ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। 63 ਵਿਅਕਤੀਆਂ ਨੂੰ ਦੁਬਾਰਾ ਕੋਰੋਨਾ ਵਾਇਰਸ ਦੀ ਲਾਗ ਲੱਗੀ। ਉਹਨਾਂ ਵਿੱਚੋਂ 36 ਮਰੀਜ਼ਾਂ ਨੂੰ ਵੈਕਸੀਨ ਦੀਆਂ 2 ਡੋਜ਼ ਲੱਗ ਚੁੱਕੀਆਂ ਸਨ, ਜਦੋਂ ਕਿ 27 ਨੂੰ ਵੈਕਸੀਨ ਦੀ 1 ਡੋਜ਼ ਮਿਲੀ ਸੀ। 10 ਮਰੀਜ਼ਾਂ ਨੇ ਕੋਵਿਸ਼ੀਲਡ ਦੀ ਡੋਜ਼ ਲਈ ਸੀ, ਜਦੋਂ ਕਿ 53 ਨੂੰ ਕੋਵੈਕਸੀਨ ਦਿੱਤੀ ਗਈ ਸੀ। पंजाब विच पिछले 24 घंटिਆਂ दौरान कोरोना कारण 71 मौतां ਹੋਈਆਂ ਨੇ, ਜਦੋਂ ਕਿ 2009 ਨਵੇਂ ਕੇਸ ਸਾਹਮਣੇ ਆਏ ਨੇ, ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 26,277 ਹੋ ਗਈ ਹੈ, ਜਦੋਂ ਕਿ ਸੂਬੇ ਵਿੱਚ ਹੁਣ ਤੱਕ ਕੁੱਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 5,76,119 ਹੋ ਗਈ ਹੈ। ਇਸ ਦੇ ਨਾਲ ਹੀ 5,34,915 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਨੇ। जिथे कोरोना महामारी ਦੇ ਵੱਧ ਰਹੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਨੇ, ਉੱਥੇ ਹੁਣ ਬਲੈਕ ਫੰਗਸ ਨੇ ਵੀ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਦੇਸ਼ ਭਰ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਲੈਕ ਫੰਗਸ ਨੇ ਹੁਣ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਵੀ ਦਸਤਕ ਦੇ ਦਿੱਤੀ ਹੈ, ਜਿਸ ਤਹਿਤ ਫਤਿਹਗੜ੍ਹ ਸਾਹਿਬ ਵਿੱਚ 4 ਲੋਕ ਬਲੈਕ ਫੰਗਸ ਦੀ ਲਪੇਟ ਵਿੱਚ ਆਏ ਨੇ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ ਤੇ 2 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਾਈਵੇਟ ਹਸਪਤਾਲਾਂ ਤੋਂ ਤੁਰੰਤ ਪ੍ਰਭਾਵ ਨਾਲ ਕੋਵਿਡ ਵੈਕਸੀਨ ਵਾਪਸ ਲੈਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵੱਲੋਂ ਨਿੱਜੀ ਹਸਪਤਾਲਾਂ ਨੂੰ ਇੱਕ ਸਮੇਂ ਦੀ ਸੀਮਤ ਟੀਕਾ ਖੁਰਾਕ ਮੁਹੱਈਆ ਕਰਾਉਣ ਦੀਆਂ ਹਦਾਇਤਾਂ ਵਾਪਸ ਲੈ ਲਈਆਂ ਗਈਆਂ ਨੇ ਤੇ 18 ਤੋਂ 44 ਸਾਲ ਦੀ ਉਮਰ ਸਮੂਹ ਨੂੰ ਸਰਕਾਰੀ ਟੀਕਾਕਰਨ ਕੇਂਦਰਾਂ ਵਿਖੇ ਸਾਰੇ ਵੈਕਸੀਨ ਹੁਣ ਮੁਫਤ ਦਿੱਤੇ ਜਾਣਗੇ। ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕੋਵਿਡ ਮਹਾਮਾਰੀ ਨੂੰ ਵੇਖਦਿਆਂ
30 ਜੂਨ ਤੱਕ ਪੰਜਾਬ ਦੇ ਸਾਰੇ ਆਂਗਨਵਾੜੀ ਕੇਂਦਰਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ। ਸ਼੍ਰੀਮਤੀ ਚੌਧਰੀ ਨੇ ਇਸ ਫੈਸਲੇ ਨੂੰ ਬੱਚਿਆਂ ਲਈ ਸੁਰੱਖਿਆ ਉਪਾਅ ਦੱਸਿਆ ਤੇ ਕਿਹਾ ਕਿ ਆਂਗਨਵਾੜੀ ਵਰਕਰਾਂ ਤੇ ਆਂਗਨਵਾੜੀ ਹੈਲਪਰਾਂ ਰਾਹੀਂ ਬੱਚਿਆਂ ਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਲਗਾਤਾਰ ਘਰ-ਘਰ ਵੰਡੀ ਜਾਵੇਗੀ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਪੋਸ਼ਣ ਸੰਬੰਧੀ ਦਿੱਤੀ ਜਾ ਰਹੀ ਸਹਾਇਤਾ ਪ੍ਰਭਾਵਿਤ ਹੋ ਸਕੇ। ਉਹਨਾਂ ਰਾਸ਼ਨ ਵੰਡ ਦੌਰਾਨ ਸਾਰੇ ਸਿਹਤ ਪ੍ਰੋਟੋਕਾਲਾਂ ਭਾਵ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸਮਾਜਿਕ ਦੂਰੀਆਂ ਬਣਾਏ ਰੱਖਣ ਦੀ ਸਖਤੀ ਨਾਲ ਪਾਲਣਾ ਕਰਨ ਦੇ ਵੀ निर्देश दिते। बाल विकास मंत्री अरुणा चौधरी ने दस्सिया कि विभाग वालों वख-वख जिलियां लई आंगनवाड़ी वर्करां, मिनी आंगनवाड़ी वर्करां ते आंगनवाड़ी हैल्परां दीयां कुल 4481 खाली असामियां लई अर्जियां मंगियां गईयां सन। चौधरी ने दस्सिया कि विभाग ने समूह जिलियां लई 1170 आंगनवाड़ी वर्करां, 82 मिनी आंगनवाड़ी वर्करां ते 3229 आंगनवाड़ी हैल्परां दीयां असामियां लई भर्ती प्रक्रिया आरंभ दित्ती है। उन्होंने दस्सिया कि इन्हां असामियां लई केवल इस्त्री उम्मीदवार ही अपलाई कर सकदे ने ते असामियां संबंधी निर्धारित पात्रता, स्थान, पिंड, वार्ड, उमर हद, विद्यक योग्यता आदि शर्तां दा वेरवा विभाग की वैबसाइट ते अपलोड कर दिता गया। उन्होंने दस्सिया कि निरोल मान भत्ते आधार उत्ते कीती जाण वाली भर्ती संबंधी वेरवे लई संबंधित जिले की वैबसाइट भी वेखी जा सकती है, जां संबंधित जिला प्रोग्राम अफसर जां बाल विकास प्रोजैक्ट अफसर के दफ्तर भी संपर्क किया जा सकता है। कांग्रेस की खाना जंगी निबेड़न लई हाई कमान वालों बनाई गई 3 मैंबरी कमेटी वालों 5वें दिन मुख्यमंत्री कैप्टन अमरिंदर सिंह नाल मुलाकात की गई। इस मुलाकात विच मुख्यमंत्री वालों हाई कमान कोल अपना पक्ष रखा गया। लगभग 3 घंटे चली इस मीटिंग तो बाद जिवें ही मुख्यमंत्री मीटिंग तो बाहर आए तो पत्रकारां सामने ज्यादा कुछ नहीं बोले। मुख्यमंत्री ने आख्या कि यह पार्टी की अंदरूनी गलबात है जिसके सारे तथ्यां नूं मीडिया सामने पेश नहीं किया जा सकता। मुख्यमंत्री ने कहा कि 6 महीनों बाद पंजाब विच विधान सभा चोणां होण जा रहीआं ने, इस दे चलदे भी पार्टी पद्धर ते विचार वटांदरा किया गया है। देखिए, कई मीटिंगें होती हैं इनर पार्टी के जो मसले होते हैं उनको डिस्कस करने के लिए। आज 6 महीने के बाद हमारी इलेक्शन आ रही है एंड नेचुरली हमारी डिस्कशंस कई बातों पे होती है और वही हमने इनर पार्टी डिस्कशन की है। सो आई एम नॉट गोइंग टू शेयर दैट विद यू। मैंने सिर्फ इतना कहना आपको कि हमारी इनर पार्टी डिस्कशंस हैं एंड आई डोंट प्रपोज टू शेयर इट विद यू। नंबर 1 जो है ये इसलिए की गई है बिकॉज हमारी 6 महीने के अंदर इलेक्शनें आ रही हैं एंड दिस इज इंट्रोस्पेक्शन जो हम अपनी पार्टी में करते हैं और वो ही किया है हमने। संपूर्ण क्रांति दिहाड़ा मनाउंदे अज किसानां वल्लों भाजपा ते उस दियां सहयोगी पार्टियां दे आगूआं दे दफ्तरां घरां सामने खेती कानूनां दीयां कापियां साड़ियां जाणगीआं। टोहाणा दे विधायक दविंदर बबली वल्लों किसानां नाल कीती गई बदसलूकी दे खिलाफ रोस प्रगट कर रहे किसानां दी गिरफ्तारी दे विरोध वजों संयुक्त किसान मोर्चे दे आगू योगेंद्र यादव, राकेश टिकैत ते गुरनाम सिंह चडूणी की अगवाई विच आगू टोहाणा जाणगे ते गिरफ्तारियां देणगे। हज़ारां किसान हरियाणा सरकार खिलाफ रोस मुजाहरा करनगे। 6 जून 2017 मध्य प्रदेश के मंदसौर च सरकार सामने अपनी मुढ़िया मंगां अगे रखण लई विरोध प्रदर्शन करन ते पुलिस वल्लों किसानां ते लाठीचार्ज किया गया ते गोलियां चलाईआं गईआं। इस गोलीकांड विच 6 किसान शहीद होए ते सैकड़े जख्मी होए सन। उन्हां समूह शहीद किसानां नूं याद करदिआं 6 जून नूं किसान आगू मंदसौर विखे इकट्ठे होकर श्रद्धांजलि भेंट करनगे। मानसा दे पिंड फफड़े भाईके दे विच मनप्रीत नाम दे दलित नौजवान दी पुलिस वालों कुटमार कीते जाण नाल मौत होने का मामला सामने आया सी, जिस दे चलदे एससी कमीशन के चेयरमैन सांपला ने पीड़ित के घर पुजना सी पर किसान संगठनों के विरोध के चलदे उत्थे ना जा सके, जिस कारण पुलिस ने 6 किसानां ते आगुआं अते अज्ञात किसानां दे खिलाफ एससी एक्ट ते धारावां दे अनुसार मामला दर्ज किया। उधर बुढलाडा विच दलित नौजवान दे मामले विच पुलिस ने वख-वख मामलिਆਂ ਵਿੱਚ जिथे थाना प्रभारी ਨੂੰ सस्पेंड किया उत्थे धारा 304 ਦੇ अनुसार भी मामला दर्ज किया है। उन्होंने कहा कि पीड़ित परिवार ਨੂੰ 4,12,000 एक 2 दिन ਵਿੱਚ दे दिते जाणगे ते बाकी रकम कुछ दिनों बाद मिल जाएगी। इत्थे आया सी कि मनप्रीत जिहड़ा एक लड़का जिहड़ा जिहदी पुलिस कस्टडी दे विच टॉर्चर करन तो बाद उहदी डेथ हो गई सी और उहदे परिवार वालों जिहड़ा बार-बार रिक्वेस्ट की जा रही सी कि साडी सुनवाई नहीं हो रही और साडे ते कोई भी परचा नहीं जिहड़ा कीता गया
क्योंकि मुंडे का मर्डर होया और उस दे तत्थां ते ही मैं देखण दे लई उस स्पॉट विजिट दे लई क्योंकि असीं पहलां भी नोटिस तां कीते सी पर साडे भी वो नोटिस का जवाब ना आउण करके सानूं इत्थे आउणा पिया जी और जदों इत्थे आए तो देखण नूं मिलिया कि अणसुखावीਆਂ घटना भी घटनियां शुरू हो गई जी क्योंकि एक दलित की जो कोई डैथ होंदी है और अगर वो कोई कार्रवाई नहीं होंदी तो अनुसूचित जाति कमीशन का काम है उन्होंने न्याय दिवाउण दे लई उहदे कोल जाना और उन्होंने किसी होर मुद्दों के उत्ते किसी के अपने वक्रे निजी स्वार्थां करके असी कमीशन का काम नहीं रोक सकते। सो पर ऐसी सी कि किसी नूं कहंदे समझदार नूं तो समझाया जा सकता पर जिहड़ा समझना ही ना चाहे क्योंकि साडे पिंडां 'च कहंदे भी सुत्ते नूं तो जगाया जा सकता पर मचले नूं नहीं और अज जे कोई समझना ना चाहे जबकि मेरा उस इशू दे नाल कोई लेना देना नहीं मेरा एक संविधानिक पद है और संविधानिक पद होने के नाते ही मैं इत्थे आया और उस नाते ही मैं उत्थे जाना और मैनू ਜਿਹੜੇ लीगली कोई रोक नहीं सकता इस करके जिन्हों ने रोकया क्योंकि पुलिस ने भी रिक्वेस्ट की थी कि लॉ एंड ऑर्डर की स्थिति थोड़ी गड़बड़ा सकती है पर असी भी अपना दिमाग नू इस्तेमाल करते हुए स्थिति ना गड़बड़ाए असी इत्थे बैठे और 3-4 घंटे इन्हां दे प्रयास तो बाद भी जदों वो नहीं हटे तो फिर असी भी इन्हां नू हदायत दित्ती है डायरैक्शन दित्ती कि इमीडिएटली किसानां दे नां दे उत्ते बैठे जिहड़े ਉਹ ਦੋਸ਼ੀਆਂ ਦੀ ਹਮਾਇਤ ਕਰਨ ਲਈ ਔਰ ਦਲਿਤਾਂ ਤੇ ਅਤਿਆਚਾਰ ਕਰਨ ਵਾਲਿਆਂ ਦੇ ਨਾਲ ਖੜੇ ਹੋਣ ਵਾਲੇ ਵਿਅਕਤੀਆਂ ਦੇ ਉੱਤੇ ਜਿਹੜੇ ਕਮਿਸ਼ਨ ਦਾ ਰਸਤਾ ਰੁਕਦੇ ਆ ਉਹਨਾਂ ਦੇ ਉੱਤੇ ਵੀ ਇੱਕ ਪਰਚਾ ਹੋਰ ਕੀਤਾ ਜਾਵੇ ਔਰ ਜਿਹੜੇ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਤਾਂ ਹੀ ਇੱਥੇ ਉਦੋਂ ਤੇ ਬੈਠੇ ਸੀ ਕਿ ਜਾਂ ਤਾਂ ਅਸੀਂ ਜਾਵਾਂਗੇ ਜਾਂ ਅਸੀਂ ਉਹਦੇ ਤੇ ਐਫ ਆਈ ਆਰ ਕਰਾਂਗੇ। ਹੁਣ ਐਫ ਆਈ ਆਰ ਹੋ ਗਈ ਉਹਨਾਂ ਦੇ ਖਿਲਾਫ? ਉਹਨਾਂ ਦੇ ਉੱਤੇ ਐਫ ਆਈ ਆਰ ਹੁਣ ਹੋ ਗਈ ਆ ਐਫ ਆਈ ਆਰ ਨੰਬਰ 75 ਹੈ ਨਾ ਤਾਂ ਬਾਅਦ 'ਚ ਦੱਸ ਦੇਣਗੇ ਤੁਹਾਨੂੰ कि मैनू जो दसता गया कि एफ आई आर जी आ वो भिखी थाने भिखी थाने दे विच PS भिखी थाना एफ आई आर नंबर 75 उन्होंने दर्ज कर दी गई क्योंकि SC कमीशन का रास्ता रोकना और SC दे घर जाण तो रोकना और वो रोकण का भी एक जोड़ा SC एक्ट वो लगता। ਪਿਛਲੇ ਦਿਨੀ ਪਿੰਡ ਬਾਦਲ ਵਿਖੇ ਐਕਸਾਈਜ਼ ਵਿਭਾਗ ਵੱਲੋਂ ਇੱਕ ਸ਼ਰਾਬ ਦੀ ਨਾਜਾਇਜ਼ ਫੈਕਟਰੀ ਤੇ ਕੀਤੀ ਛਾਪੇਮਾਰੀ ਤੋਂ ਬਾਅਦ ਅਸਲ ਦੋਸ਼ੀ ਸ਼ਰਾਬ ਮਾਫੀਆ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਖਿਲਾਫ ਲੰਬੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਥਾਣਾ ਲੰਬੀ ਅੱਗੇ ਨੈਸ਼ਨਲ ਹਾਈਵੇ ਰੋਡ ਤੇ ਜਾਮ ਲਗਾਇਆ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਮੰਗ ਪੱਤਰ ਉਪ ਕਪਤਾਨ ਪੁਲਿਸ ਨੂੰ ਸੌਂਪਿਆ ਗਿਆ। 6 ਜੂਨ 1984 ਨੂੰ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਬੇਕਸੂਰ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਤੇ ਉਹਨਾਂ ਉੱਪਰ ਤਸ਼ੱਦਦ ਢਾਏ ਗਏ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੋਲੀਆਂ ਬੰਬਾਂ ਟੈਂਕਾਂ ਨਾਲ ਢੇਰ ਢੇਰੀ ਕਰ ਦਿੱਤਾ ਗਿਆ। ਇਸ ਘੱਲੂਘਾਰੇ ਨੂੰ ਮੁੱਖ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ, ਕੋ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਸਮੇਤ ਦਿੱਲੀ ਕਮੇਟੀ ਮੈਂਬਰਾਂ ਨੇ ਸ਼ਹੀਦਾਂ ਨੂੰ ਸਜਦਾ ਕੀਤਾ। सूरा सो पहचानी है जो लरे दीन के हेत पुरजा पुरजा कट मरै कबू ना छाड़े खेत। अज उन्हां महान शहीदां नूं याद किया जा रहा है जिन्हां ने जून 1984 दे विच राखी करते हुए सचखंड श्री हरमंदर साहिब जी दी उत्थे अपनी शहीदियां दे दित्तियां। ये ऐसा साका ऑपरेशन ब्लू स्टार जिन्हों नाम दिता गया, उचेचे तौर पर वो वास्ते ट्रेनिंग दी गई और एक
ਇਸ ਤਰ੍ਹਾਂ ਯੋਜਨਾਬੱਧ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਇੱਕ ਦੇਸ਼ ਦੂਸਰੇ ਦੇਸ਼ ਦੇ ਉੱਤੇ ਹਮਲਾ ਕਰ ਰਿਹਾ ਹੋਵੇ। ਟੈਂਕਾਂ, ਤੋਪਾਂ, ਫੌਜੀਆਂ ਦੇ ਨਾਲ ਇਸ ਬੁਰੇ ਤਰੀਕੇ ਦੇ ਨਾਲ ਉੱਥੇ ਗੋਲੀਆਂ ਵਰਾਈਆਂ ਗਈਆਂ। ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਉੱਥੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ। ਬਹੁਤ ਸਾਰੀਆਂ ਸੰਗਤਾਂ ਉੱਥੇ ਆਪਣਾ ਅਕੀਦਾ ਭੇਟ ਕਰਨ ਆਈਆਂ ਸਨ, ਜਿਸ ਦੇ ਵਿੱਚ ਬਹੁਤ ਸਾਰੀ ਸੰਗਤ ਨੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ। ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਸ ਤਰ੍ਹਾਂ ਅੰਗਾਂ ਦੇ ਉੱਤੇ ਬੇਅਦਬੀ ਕੀਤੀ ਗਈ, ਗੋਲੀਆਂ ਵਰਾਈਆਂ ਗਈਆਂ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ, ਇਹ ਵਕਤ ਦੀ ਸਰਕਾਰ ਨੇ ਉਸ ਸਮੇਂ ਇਹ ਕਾਰਾ ਕੀਤਾ। ਇਹ ਸਰਕਾਰਾਂ ਜਿਹੜੀਆਂ ਬੇਗਾਨਾਪਨ, ਭਾਵੇਂ 99% ਕੁਰਬਾਨੀਆਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਦਿੱਤੀਆਂ, ਪਰ ਸਿੱਖਾਂ ਨੂੰ ਹਮੇਸ਼ਾ ਹੀ ਬੇਗਾਨਾ ਕਰਕੇ ਜਾਣਿਆ ਗਿਆ। ਸਾਧ ਸੰਗਤ, ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਿਹੜਾ 1984 ਦੇ ਅੰਦਰ ਬਲੂ ਸਟਾਰ ਆਪਰੇਸ਼ਨ ਹੋਇਆ, ਜਿਹਦੇ ਵਿੱਚ ਸਾਡੇ ਸਿੰਘਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੁਲਡੋਜ਼ਰਾਂ ਨਾਲ ਹਮਲਾ ਕੀਤਾ ਗਿਆ, ਉਹਨਾਂ ਸਿੰਘਾਂ ਸਿੰਘਣੀਆਂ ਦੀ ਯਾਦ ਮਨਾਉਂਦੇ ਹੋਏ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਰਸੋਂ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਸੀ। ਅੱਜ ਇਹਦੀ ਸਮਾਪਤੀ ਤੋਂ ਬਾਅਦ ਅੰਦਰ ਦੀਵਾਨ ਹਾਲ ਦੇ ਅੰਦਰ ਦੀਵਾਨ ਸਜੇ ਔਰ ਉਪਰੰਤ ਸੰਗਤੀ ਰੂਪੀ ਅਰਦਾਸ ਹੋਈ। ਅੱਜ ਜੋ ਅਸੀਂ ਉਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਉਹਨਾਂ ਦੀ ਯਾਦ ਮਨਾਉਣ ਵਾਸਤੇ ਉਹਨਾਂ ਦੇ ਅਰਦਾਸ ਸਮਾਗਮ ਜੋ ਕੀਤਾ ਹੈ, ਉਹਦੇ 'ਚ ਸਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਰਿਆਂ ਨੇ ਸ਼ਮੂਲੀਅਤ ਕਰਕੇ ਅੱਜ ਅਰਦਾਸ 'ਚ ਹਾਜ਼ਰ ਕਰੀਏ ਔਰ ਇਹੀ ਅਰਦਾਸ ਕਰਾਂਗੇ ਗੁਰੂ ਸਾਹਿਬ ਬਖਸ਼ਿਸ਼ ਕਰਨ ਸਾਰੇ ਪਰਿਵਾਰਾਂ ਵਿੱਚ ਠੰਡ ਵਰਤਾਨ, ਉਹਨਾਂ ਦੀ ਜਿਹੜਿਆਂ ਨੇ ਸ਼ਹਾਦਤ ਦਿੱਤੀ ਉਹਨਾਂ ਦੀ ਸ਼ਹਾਦਤ ਸਫਲ ਹੋਵੇ ਔਰ ਮਹਾਰਾਜ ਬਖਸ਼ਿਸ਼ ਕਰਨ ਸਾਡੇ ਪਰਿਵਾਰਾਂ ਨੂੰ, ਸਾਡੇ ਆਪਣੇ ਬੱਚਿਆਂ ਨੂੰ ਅਸੀਂ ਇਤਿਹਾਸ ਨਾਲ ਜਾਣੂ ਕਰਾਈਏ, ਕਿਉਂਕਿ ਇਹੋ ਜਿਹੇ ਇਤਿਹਾਸ ਮੈਂ ਸਮਝਦਾ ਕਿ ਸਾਨੂੰ ਗੁਰੂ ਸਾਹਿਬ ਨੇ ਦਿੱਤੇ, ਜੋ ਸਾਨੂੰ ਸਿੱਖੀ ਮਿਲੀ ਹੈ, ਇਹ ਸਾਨੂੰ ਬੜੀ ਔਖੀ ਮਿਲੀ ਹੈ, ਬੜੀ ਸ਼ਹਾਦਤਾਂ ਦੇ ਕੇ ਮਿਲੀ ਹੈ। ਅਸੀਂ ਘੱਟੋ ਘੱਟ ਆਪਣੇ ਬੱਚਿਆਂ ਨੂੰ ਸਿੱਖੀ ਨਾਲ, ਆਪਣੇ ਵਿਰਸੇ ਨਾਲ ਜੋੜੀਏ। ਅੱਜ ਆਪਰੇਸ਼ਨ ਬਲੂ ਸਟਾਰ 37ਵੀਂ ਵਰਸੀ ਜਿਹੜੀ ਹੈਗੀ ਹੈ ਅੱਜ ਮਨਾਈ ਜਾ ਰਹੀ ਬੰਗਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਔਰ ਹਰ ਸਾਲ ਦੀ ਤਰ੍ਹਾਂ ਹੀ ਇਹ ਜਿਹੜਾ ਹੈਗਾ ਜ਼ੋਰ ਸ਼ੋਰ ਨਾਲ ਇਹ ਸ਼ਹੀਦਾਂ ਦੀ ਯਾਦ ਵਿੱਚ ਯਾਦ ਮਨਾਈ ਜਾਂਦੀ ਹੈ। ਤੇ ਇਹ ਜਿਹੜਾ ਹੈਗਾ ਕਿ ਇਹ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਮੌਜੂਦਾ ਸੋਚ ਇਹ ਸੀਗੀ ਕਿ ਸਿੱਖਾਂ ਨੂੰ ਕਿਸ ਤਰ੍ਹਾਂ ਤੰਗ ਕੀਤਾ ਜਾਏ, ਸਿੱਖਾਂ ਨੂੰ ਕਿਸ ਤਰ੍ਹਾਂ ਸਬਕ ਸਿਖਾਉਣਾ ਚਾਹੀਦਾ ਹੈਗਾ। ਇਹ ਸੋਚ ਨੂੰ ਲੈ ਕੇ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ 1, 2, 3 ਜੂਨ ਔਰ 6 ਜੂਨ ਤੱਕ ਲਗਾਤਾਰ ਕੀਤਾ ਹੈਗਾ 1984 ਦੇ ਵਿੱਚ। ਉਸ ਦੇ ਵਿੱਚ ਹਜ਼ਾਰਾਂ ਸਿੰਘ ਸਿੰਘਣੀਆਂ ਦਾ ਕਤਲ ਕੀਤਾ ਗਿਆ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਔਰ ਸਿਰਫ ਆਪਣੀ ਅਣਖ ਦੇ ਖਾਤਰ ਕੋਈ ਸਾਡੇ ਨਾਲ ਕੋਈ ਸਾਡੇ ਸਿੱਖ ਕੌਮ ਨੇ ਕੋਈ ਐਸਾ ਕੰਮ ਵੀ ਨਹੀਂ ਕੀਤਾ ਸੀ ਜਿਹਦੇ ਨਾਲ ਕੋਈ ਸਰਕਾਰ ਇਸ ਤਰ੍ਹਾਂ ਇੰਨਾ ਵੱਡਾ ਸਟੈਪ ਲੈ ਸਕੇ। ਸਾਰੇ ਹੀ ਸੂਰਵੀਰਾਂ ਦਾ ਯਾਦ ਹਮੇਸ਼ਾ ਹੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮਨਾਉਂਦੀ ਹੈ ਤੇ ਇਸ ਮੌਕੇ ਤੇ ਇਸ ਮਹਾਮਾਰੀ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮਨਜਿੰਦਰ ਸਿਰਸਾ ਜੀ ਤੇ ਹਰਮੀਤ ਕਾਲਕਾ ਜੀ ਜਿਹੜੇ ਨੇ ਉਹ ਬਹੁਤ ਹੀ ਵੱਡੇ ਪੱਧਰ ਤੇ ਮਨੁੱਖਤਾ ਦੀ ਸੇਵਾ ਕਰ ਰਹੇ ਨੇ। ਉਹਨਾਂ ਨੇ ਹੁਣੇ ਹੀ 400 ਬੈੱਡ ਦਾ ਗੁਰੂ ਤੇਗ ਬਹਾਦਰ ਆਪਣੇ ਬਾਬਾ ਮੱਖਣ ਸ਼ਾਹ ਲਵਾਣਾ ਹਾਲ ਦੇ ਵਿੱਚ ਉਹਨਾਂ ਨੇ ਖੋਲ੍ਹਿਆ ਬੈੱਡ ਦਾ। ਉੱਥੇ ਕੋਈ ਵੀ 100% ਠੀਕ ਹੋ ਕੇ ਗਏ ਨੇ ਔਰ ਨਾਲ ਹੀ ਹੁਣ ਆਉਣ ਵਾਲੀ ਜਿਹੜੀ ਹੈ ਤੀਸਰੀ ਲਹਿਰ ਜਿਹੜੀ ਆ ਰਹੀ ਹੈ ਕੋਰੋਨਾ ਮਹਾਮਾਰੀ ਦੀ, ਉਹਦੀ ਵੀ ਤਿਆਰੀ ਸਾਡੇ ਪ੍ਰਧਾਨ ਜੀ ਕਰ ਰਹੇ ਨੇ, ਸੈਕਟਰੀ ਸਾਹਿਬ ਕਰ ਰਹੇ ਨੇ। ਤੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਇਸ ਮਹਾਨ ਦੁਖਦ ਘੜੀ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦਾ ਪੂਰਾ ਸਹਿਯੋਗ ਕਰਨ। ਮੈਨੂੰ ਉਮੀਦ ਹੈ ਕਿ ਸਾਰੀ ਸੰਗਤਾਂ ਜਿਹੜੀਆਂ ਨੇ ਵੱਧ ਚੜ੍ਹ ਕੇ ਸਹਿਯੋਗ ਕਰਨਗੀਆਂ। ਹਾਲ ਹੀ ਵਿੱਚ ਸੁਖਪਾਲ ਖਹਿਰਾ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਤਾਂ ਉਸ ਦੀ ਖਿਲਾਫਤ ਕੀਤੀ ਜਾ ਰਹੀ ਸੀ ਤੇ ਹੁਣ ਖਹਿਰਾ ਦੇ ਇਲਾਕੇ ਦੇ ਕਾਂਗਰਸੀ ਨੇਤਾ ਅਮਨਦੀਪ ਸਿੰਘ ਗੋਰਾ ਗਿੱਲ ਨੇ ਸੁਖਪਾਲ ਖਹਿਰਾ ਦੇ ਖਿਲਾਫ
ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਕਦੇ ਵੀ ਕਾਂਗਰਸ ਪਾਰਟੀ ਦੇ ਵਫਾਦਾਰ ਨਹੀਂ ਹੋ ਸਕਦੇ। ਗੋਰਾ ਨੇ ਆਖਿਆ ਕਿ 1995 ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਖਹਿਰਾ ਦਾ ਸਿਆਸੀ ਪਿਛੋਕੜ ਅਕਾਲੀ ਹੈ। ਯੂਥ ਅਕਾਲੀ ਦਲ ਦੇ ਪੰਜਾਬ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਮਿਆਂਵਿੰਡ ਨੇ ਗੁਰਦੁਆਰਾ 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਤੇ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ। ਇਸ ਮੌਕੇ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ, ਸਾਬਕਾ ਸਾਂਝੀ ਸਕੱਤਰ ਪੰਜਾਬ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਮਿਆਂਵਿੰਡ ਸਮੇਤ ਹਲਕਾ ਬਾਬਾ ਬਕਾਲਾ ਦੇ ਅਕਾਲੀ ਆਗੂ ਤੇ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਭਿੱਖੀਵਿੰਡ ਦੀ ਚੇਲਾ ਕਲੋਨੀ ਦੇ 16 ਸਾਲਾ ਨੌਜਵਾਨ ਦੇ ਪਿੰਡ ਵਾਂ ਤਾਰਾ ਸਿੰਘ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜਸ਼ਨ ਸਿੰਘ ਵਜੋਂ ਹੋਈ ਹੈ ਤੇ ਨੌਜਵਾਨ ਦੀ ਉਮਰ ਕਰੀਬ 16 ਸਾਲ ਦੱਸੀ ਜਾਂਦੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਚਾਚੇ ਤੇ ਮਾਮੇ ਨੇ ਕਿਹਾ ਕਿ ਜਸ਼ਨ ਘਰੋਂ ਬਹਾਨਾ ਮਾਰ ਕੇ 20 ਰੁਪਏ ਲੈ ਕੇ ਮੋਟਰਸਾਈਕਲ ਤੇ ਬਾਜ਼ਾਰ ਕੋਈ ਵਸਤੂ ਲੈਣ ਗਿਆ ਸੀ, ਲੇਕਿਨ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਜਸ਼ਨ ਪਿੰਡ ਵਾਂ ਤਾਰਾ ਸਿੰਘ ਦੀ ਡਰੇਨ ਵਿੱਚ ਆਪਣੇ ਸਾਥੀਆਂ ਨਾਲ ਨਹਾਉਣ ਲਈ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਲੜਕੇ ਦੀ ਫੋਟੋ ਵਾਇਰਲ ਹੋਈ ਤਾਂ ਕਿਸੇ ਨੇ ਆ ਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਤੁਹਾਡੇ ਲੜਕੇ ਦੀ ਯੁਵਾ ਤਾਰਾ ਸਿੰਘ ਦੀ ਡਰੇਨ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ। ਪਾਵਰਕਾਮ ਟਰਾਂਸਕੋ ਠੇਕਾ ਮੁਲਾਜ਼ਮਾਂ ਦਾ ਧਰਨਾ ਦੂਜੇ ਦਿਨ ਵੀ ਬਿਜਲੀ ਬੋਰਡ ਹੈੱਡ ਆਫਿਸ ਦੇ ਬਾਹਰ ਲਗਾਤਾਰ ਜਾਰੀ ਰਿਹਾ। ਮੁਲਾਜ਼ਮ ਪਰਿਵਾਰਾਂ ਸਮੇਤ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਨੇ। ਕੱਚੇ ਕਰਮਚਾਰੀਆਂ ਨੇ ਆਖਿਆ ਕਿ ਉਹ ਇੱਕੋ ਮੰਗ ਕਰਦੇ ਨੇ ਕਿ ਜਿਹੜੇ ਸ਼ਹੀਦ ਹੋਏ ਕਰਮਚਾਰੀ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਕਰਮਚਾਰੀਆਂ ਨੂੰ ਪੱਕੇ ਤੌਰ ਤੇ ਭਰਤੀ ਕੀਤਾ ਜਾਵੇ। ਪਰ ਪਟਿਆਲਾ ਪ੍ਰਸ਼ਾਸਨ ਉਹਨਾਂ ਦੀ ਕਈ ਵਾਰ ਮੀਟਿੰਗਾਂ ਕਰਾ ਚੁੱਕਿਆ ਪਰ ਹੱਲ ਕੋਈ ਕੱਢਿਆ ਨਹੀਂ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਹੀ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।